Good morning, students. Today we discuss about next topic: economic reforms adopted in India or main features of new economic policy. In India ਦੇ ਵਿੱਚ ਆਪਾਂ ਕਿਹੜੀਆਂ ਨਵੇਂ ਜਿਹੜੇ ਅਡੋਪਟ ਕੀਤੀਆਂ ਆ ਪੋਲਿਸੀਜ਼ ਜਿਹੜੀਆਂ ਆ ਆਫਟਰ 1991 ਇਹਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਆ ਵਿਚ ਵਨ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਟੂਡੇ ਵੀ ਡਿਸਕਸ ਅਬਾਊਟ ਫਸਟਲੀ ਲਿਬਰਲਾਈਜੇਸ਼ਨ ਕੀ ਆ ਇਹ ਟਰਮ ਇੱਦਾਂ ਦੀ ਆ ਜਿਹੜੀ ਕਿ ਆਪਣੀ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਆਪਾਂ ਕੰਡੀਸ਼ਨਸ ਨੂੰ ਯੂਜ਼ ਕਰਦੇ ਆ ਉਹਦੇ ਵਿੱਚ ਮੋਡੀਫਿਕੇਸ਼ਨ ਉਹਦੇ ਵਿੱਚ ਸਿੰਪਲੀਫਿਕੇਸ਼ਨ ਆ ਰਿਸਟ੍ਰਿਕਸ਼ਨਸ ਨੂੰ ਕਿਵੇਂ ਕੰਟਰੋਲ ਕਰਨਾ ਆ ਆਪਣੀ ਟ੍ਰੇਡ ਐਂਡ ਕਮਰਸ ਦੇ ਵਿੱਚ ਜਿਹੜੀਆਂ ਇਕਨੋਮਿਕ ਦੀ ਐਕਟੀਵਿਟੀਜ਼ ਆ ਉਹਦੇ ਵਿੱਚ ਕਿਵੇਂ ਉਹਨਾਂ ਨੂੰ ਕੰਟਰੋਲ ਕਰਨਾ ਆ ਆਪਣੇ ਇੰਡਸਟਰੀਅਲ ਸੈਕਟਰ ਦੇ ਵਿੱਚ ਉਹਨੂੰ ਕੀ ਕਹਿੰਦੇ ਆ ਉਹਦੇ ਵਿੱਚ ਚੇਂਜਿਸ ਲੈ ਕੇ ਆਉਣ ਨੂੰ ਆਪਣੀਆਂ ਜਿਹੜੀਆਂ ਕਮਰਸ ਦੇ ਵਿੱਚ ਆਪਾਂ ਐਕਟੀਵਿਟੀਜ਼ ਨੂੰ ਯੂਜ਼ ਕਰਦੇ ਹਾਂ ਟ੍ਰੇਡ ਐਂਡ ਕਮਰਸ ਦੇ ਵਿੱਚ ਜਿਹੜੀਆਂ ਉਹਨਾਂ ਦੇ ਵਿੱਚ ਚੇਂਜਿਸ ਲੈ ਕੇ ਆਉਣੀਆਂ ਉਹਨਾਂ ਦੀ ਸਿੰਪਲੀਫਿਕੇਸ਼ਨ ਆ ਕਿਵੇਂ ਲੈ ਕੇ ਆਉਣੀਆਂ ਉਹਨਾਂ ਦੇ ਉਹਨੂੰ ਕਹਿੰਦੇ ਲਿਬਰਲਾਈਜੇਸ਼ਨ ਥਰੂ ਲਿਬਰਲਾਈਜੇਸ਼ਨ ਆਪਣੇ ਕੋਲ ਕਿਹੜੀ ਟਰਮ ਯੂਜ਼ ਕੀਤੀ ਜਾਂਦੀ ਆ ਲਾਇਸੈਂਸ ਪਰਮਿਟ ਕੋਟਾ ਸਿਸਟਮ ਇਹ ਆਈ ਸੀ 1991 ਦੇ ਵਿੱਚ ਇਹਨੂੰ ਆਪਾਂ ਅਡੋਪਟ ਕੀਤਾ ਸੀ ਕਾਹਦੇ ਲਈ ਇੰਡਸਟਰੀਅਲ ਪੋਲਿਸੀ 1991 ਦੇ ਵਿੱਚ ਮੀਨਸ ਜਦੋਂ ਵੀ ਆ ਕੋਈ ਪਰਸਨ ਆ ਜਿਹੜਾ ਉਹ ਆਪਣੀ ਇੰਡਸਟਰੀ ਨੂੰ ਓਪਨ ਕਰਨਾ ਚਾਹੁੰਦਾ ਤਾਂ ਉਹਦੇ ਕੋਲ ਇੱਕ ਲਾਇਸੈਂਸ ਹੋਣਾ ਚਾਹੀਦਾ ਆ ਉਹ ਹੀ ਇੱਕ ਸਿਸਟਮ ਆ ਲਾਇਸੈਂਸ ਪਰਮਿਟ ਕੋਟਾ ਸਿਸਟਮ ਮੇਅਰ ਅਡੋਪਟਡ ਅੰਡਰ ਲਿਬਰਲਾਈਜੇਸ਼ਨ ਜਾਂ ਫੀਚਰਸ ਕਿਹੜੇ ਆ ਉਹਦੇ ਫਸਟਲੀ ਆ ਲਾਇਸੈਂਸ ਹੈਜ਼ ਬੀਨ ਅਬਲਿਸ਼ਡ ਐਕਸੈਪਟ ਫॉर ਓਨਲੀ 5 ਇੰਡਸਟਰੀਜ਼ ਕਹਿੰਦਾ 5 ਇੰਡਸਟਰੀ ਛੱਡ ਕੇ ਗਈ ਆ ਜਿਹੜਾ ਲਾਇਸੈਂਸ ਹੋਣਾ ਚਾਹੀਦਾ ਹੈ ਸੈਕਿੰਡ ਵਨ ਆ ਜਦੋਂ ਆਪਾਂ ਆਪਣੀ ਇੰਡਸਟਰੀਜ਼ ਐਂਟਰਪ੍ਰਾਈਜ਼ ਨੂੰ ਗਰੋਥ ਔਰ ਐਕਸਪੈਂਡ ਕਰਨ ਲਈ ਪ੍ਰਮੋਟ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਆ ਆਜ਼ਾਦੀ ਹੋਣੀ ਚਾਹੀਦੀ ਆ ਉਹਦੇ ਜਿਹੜੀ ਫੰਕਸ਼ਨਸ ਦੇ ਵਿੱਚ ਆਜ਼ਾਦੀ ਹੋਣੀ ਚਾਹੀਦੀ ਆ ਜੇ ਉਸ ਟਾਈਮ 'ਤੇ ਕੀ ਹੋਇਆ ਸੀ ਜਿਹੜਾ MRTP ਐਕਟ 1969 ਸੀ ਉਹਨੂੰ ਰਿਪਲੇਸ ਕਰ ਦਿੱਤਾ ਸੀਗਾ 2002 ਕੰਪੀਟੀਸ਼ਨ ਐਕਟ ਦੇ ਵਿੱਚ ਥਰਡ ਵਨ ਆ ਰਿਗਾਰਡਿੰਗ ਆਫ ਲੋ ਫੋਰਨ ਐਕਸਚੇਂਜ ਇਨ ਦਾ ਕੰਟਰੀ ਫੈਮਾ FEMA ਫੈਮਾ ਜਿਹੜਾ 1999 ਦੇ ਵਿੱਚ ਸੀਗਾ ਉਹਨੂੰ ਰਿਪਲੇਸ ਕਰ ਦਿੱਤਾ ਸੀ ਫੈਰਾ ਦੇ ਵਿੱਚ 1973 ਦੇ ਵਿੱਚ ਜਿਹਨੂੰ ਆਪਾਂ ਲਿਬਰਲਾਈਜ਼ਡ ਐਕਸਚੇਂਜ ਰੇਟ ਸਿਸਟਮ ਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ ਜਿਹਨੂੰ ਕੀ ਕਹਿੰਦੇ ਆ LERMS ਫੋਰਥ ਵਨ ਆ ਲਿਬਰਲ ਪੋਲਿਸੀ ਹੈਜ਼ ਬੀਨ ਅਡੋਪਟਡ ਟੁਵਰਡਸ ਦ ਇੰਪੋਰਟ ਆਫ ਕੈਪੀਟਲ ਐਂਡ ਟੈਕਨੋਲੋਜੀ ਫਰੋਮ ਐਬਰੋਡ ਜਦੋਂ ਆਪਾਂ ਜਿਹੜੀਆਂ ਆ ਇੰਪੋਰਟ ਕਰਦੇ ਹਾਂ ਆਯਾਤ ਕਰਦੇ ਹਾਂ ਕੈਪੀਟਲ ਔਰ ਟੈਕਨੋਲੋਜੀ ਉਹਨੂੰ ਆਪਾਂ ਲਿਬਰਲ ਪੋਲਿਸੀ ਅਡੋਪਟ ਕਰਨਾ ਕਹਿੰਦੇ ਆ ਨੈਕਸਟ ਹੈ ਮੈਨੀ ਲਿਬਰਲ ਰਿਫੋਰਮਸ ਹੈਵ ਬੀਨ ਇਨੀਸ਼ੀਏਟਡ ਵਿਦ ਰਿਗਾਰਡ ਟੂ ਦੀ ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਜਿਹਨੂੰ ਆਪਾਂ ਕਹਿੰਦੇ ਆ MSM ਸਟੈਂਡਸ ਫॉर ਮਾਈਕਰੋ ਛੋਟੇ ਬਹੁਤ ਛੋਟੇ ਸਮੋਲ ਥੋੜ੍ਹਾ ਜਿਹਾ big medium center one Saxona export import policy of the country has been simplified and liberalized ਇਹ ਜਿਹੜੀ ਆਪਣੀ ਆਯਾਤ ਤੇ ਨਿਰਯਾਤ ਸੀਗੇ ਪੋਲਿਸੀ ਦੇ ਉਹ ਸਿੰਪਲੀਫਾਈਡ ਹੋ ਗਿਆ ਤੇ ਲਿਬਰਲਾਈਜ਼ ਹੋ ਗਿਆ ਲਿਬਰਲਾਈਜੇਸ਼ਨ ਬੇਸਡ ਮੇਅਰ ਹੈਵ ਬੀਨ ਅਡੋਪਟਡ ਇਨ ਬੈਂਕਿੰਗ ਇੰਸ਼ੋਰੈਂਸ ਐਂਡ ਅਦਰ ਫਾਈਨੈਂਸ਼ੀਅਲ ਸੈਕਟਰ ਇਹ ਲਿਬਰਲਾਈਜੇਸ਼ਨ ਕਿਹੜੀਆਂ ਟਰਮਸ ਨੂੰ ਮੇਅਰ ਕਰਨ ਲਈ ਅਡੋਪਟ ਕੀਤਾ ਗਿਆ ਬੈਂਕਿੰਗ ਸੈਕਟਰ ਦੇ ਲਈ ਇੰਸ਼ੋਰੈਂਸ ਲਈ ਐਂਡ ਦੂਸਰੇ ਜਿਹੜੇ ਆ ਅਦਰ ਫਾਈਨੈਂਸ਼ੀਅਲ ਸੈਕਟਰਸ ਦੇ ਲਈ ਨੈਕਸਟ ਹੈ ਇਨਫਲੋ ਆਫ ਫੋਰਨ ਕੈਪੀਟਲ ਇਨਟੂ ਦਾ ਕੰਟਰੀ ਐਂਡ ਆਊਟਫਲੋ ਆਫ ਫੋਰਨ ਐਕਸਚੇਂਜ ਫਰੋਮ ਦਾ ਕੰਟਰੀ ਹੈਵ ਬੀਨ ਲਿਬਰਲਾਈਜ਼ਡ ਜਿਹੜੀਆਂ ਫੋਰਨ ਕੈਪੀਟਲ ਆ ਕੰਟਰੀ ਦੀ ਉਹ ਇਨਫਲੋ ਹੁੰਦੀ ਸੀ ਆਊਟਫਲੋ ਕੀ ਹੁੰਦਾ ਸੀ ਜਿਹੜਾ ਫੋਰਨ ਐਕਸਚੇਂਜ ਸੀਗਾ ਉਹ ਕਾਹਦੇ ਅੰਡਰ ਹੁੰਦਾ ਸੀ ਲਿਬਰਲਾਈਜ਼ਡ ਦੇ ਨੈਕਸਟ ਹੈ 9th ਟੈਕਸ ਪੋਲਿਸੀ ਸੀਗੀ ਜਿਹੜੀ ਕੰਟਰੀ ਦੀ ਉਹਨੂੰ ਵੀ ਲਿਬਰਲਾਈਜ਼ਡ ਕੀਤਾ ਜਿਹਦੇ ਕਰਕੇ ਜਿਹੜੇ ਅਲੱਗ-ਅਲੱਗ ਜਿਹੜੇ ਟੈਕਸ ਸੀਗੇ ਉਹ ਲੋਅਰ ਹੋ ਗਏ ਕੰਸੀਡਰ ਕੀਤੇ ਜਾਂਦੇ ਸੀ ਨੈਕਸਟ ਹੈ ਗੁੱਡਸ ਆ ਜਿਹੜੀਆਂ ਉਹਨਾਂ ਦੀ ਮੂਵਮੈਂਟ ਆ ਉਹ ਵੀ ਐਬੋਲਿਸ਼ਡ ਕੀਤੀ ਗਈ ਕਮਰਸ਼ੀਅਲ ਐਂਟਰਪ੍ਰਾਈਜ਼ਸ ਸੀਗੀ ਉਹਨਾਂ ਨੂੰ ਆਜ਼ਾਦੀ ਦਿੱਤੀ ਗਈ ਤਾਂ ਕਿ ਉਹ ਆਪਣੇ ਜਿਹੜੇ ਪ੍ਰਾਈਜ਼ਸ ਆ ਉਹ ਪ੍ਰੋਡਕਟ ਦੇ ਆ ਉਹ ਪ੍ਰਾਈਜ਼ਸ ਰੱਖ ਸਕਣ ਮੋਨੈਟਰੀ ਪੋਲਿਸੀ ਦੇ ਵਿੱਚ ਵੀ ਅਡੋਪਟਡ ਕੀਤੀ ਗਈ ਕਿਹਦੇ ਦੁਆਰਾ ਸੈਂਟਰਲ ਬੈਂਕ ਦੇ ਦੁਆਰਾ ਜਿਹਦੇ ਵਿੱਚ ਆਪਾਂ ਮੋਨੈਟਰੀ ਰਿਫੋਰਮਸ ਕਰ ਸਕਦੇ ਹਾਂ ਮੈਰਿਟਸ ਆਫ ਲਿਬਰਲਾਈਜੇਸ਼ਨ ਕੀ ਆ ਫਸਟ ਵਨ ਆ ਏਜ਼ ਇਨ ਡੂਇੰਗ ਬਿਜ਼ਨਸ ਲਿਬਰਲਾਈਜੇਸ਼ਨ ਦੇ ਅੰਦਰ ਆਪਾਂ ਕੀ ਆ ਕਿ ਜਿਹੜਾ ਕਿ ਇਕਨੋਮਿਕ ਐਕਟੀਵਿਟੀਜ਼ ਆ ਉਹਨਾਂ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਗਈ
ਆਈਦਰ ਰਿਲੈਕਸੇਸ਼ਨ ਤੇ ਮੂਵ ਕੀਤੇ ਗਏ ਕੰਟਰੋਲ ਐਂਡ ਰਿਸਟ੍ਰਿਕਸ਼ਨਸ ਨੂੰ। ਇਸ ਕਰਕੇ ਜਿਹੜੀਆਂ ਇੰਪਰੂਵਮੈਂਟ ਆ ਉਹ ਆਪਣੀ ਬਿਜ਼ਨਸ ਦੇ ਵਿੱਚ ਹੋਰ ਵੱਧਦੀ ਗਈ। ਸੈਕਿੰਡ ਵਾ ਨਾ ਕੰਟਰੋਲ ਓਵਰ ਕਰਪਸ਼ਨ, ਜਿਹੜੀ ਭ੍ਰਿਸ਼ਟਾਚਾਰ ਆ ਉਹਦੇ 'ਤੇ ਕੰਟਰੋਲ ਕੀਤਾ ਗਿਆ। ਕਿਵੇਂ ਕੀਤਾ ਗਿਆ? ਕਿਉਂਕਿ ਆਪਾਂ ਨੂੰ ਇੰਡਸਟਰੀ ਓਪਨ ਕਰਨ ਦੇ ਲਈ ਕੀ ਕਰਨੀ ਪਈ? ਲਾਇਸੈਂਸ ਲੈਣਾ ਪਿਆ, ਪਰਮਿਟ ਲੈਣੇ ਪਏ, ਅਪਰੂਵ ਕਰਾਉਣਾ ਪਿਆ, ਜਿਹਦੇ ਕਰਕੇ ਜਿਹੜੀ ਉਹ ਭ੍ਰਿਸ਼ਟਾਚਾਰ ਓਫੀਸ਼ੀਅਲ ਵਰਕ ਆ ਉਹ ਗਵਰਨਮੈਂਟ ਦੇ ਦੁਆਰਾ ਹੀ ਕਰਨਾ ਪਿਆ। ਉਹ ਆਪਣੇ ਆਪ ਜਿਹੜੀਆਂ ਆ ਇੰਡਸਟਰੀਜ਼ ਓਪਨ ਨਹੀਂ ਕਰ ਸਕਦੇ। ਇਸ ਕਰਕੇ ਇਹ ਕੀ ਆ, ਪੂਰੀ ਦੀ ਪੂਰੀ ਇਹ ਜਿਹੜੀ ਕਰਪਸ਼ਨ ਆ ਖਤਮ ਹੋ ਗਈ। ਥਰਡ ਵਾ ਨਾ ਕੰਟਰੋਲ ਓਵਰ ਪ੍ਰਾਈਜ਼ਸ। ਲਿਬਰਲਾਈਜੇਸ਼ਨ ਦੇ ਆਉਣ ਦੇ ਨਾਲ ਕੀ ਆ, ਆਪਣੇ ਜਿਹੜੇ ਪ੍ਰੋਡਕਸ਼ਨ ਆ ਉਹ ਵਧਣਾ ਸਟਾਰਟ ਹੋ ਗਿਆ। ਉਹਦੀ ਹੈਲਪ ਦੇ ਨਾਲ ਜਿਹੜੇ ਆਪਣੇ ਪ੍ਰਾਈਜ਼ਸ ਆ ਪ੍ਰੋਡਕਟ ਦੇ ਉਹਨਾਂ 'ਤੇ ਕੰਟਰੋਲ ਹੋ ਗਿਆ। ਕਹਿੰਦੇ ਜਦੋਂ 1991 ਦੇ ਵਿੱਚ ਰੇਟ ਆਫ ਇਨਫਲੇਸ਼ਨ ਮੀਨਸ ਸਫੀਤੀ ਕਿੰਨੀ ਸੀਗੀ, ਸਫੀਤੀ ਦੀ ਦਰ ਕਿੰਨੀ ਸੀਗੀ? 10% ਸੀਗੀ, 10% ਤੋਂ ਜ਼ਿਆਦਾ ਸੀਗੀ। ਜਦੋਂ ਲਿਬਰਲਾਈਜੇਸ਼ਨ ਆਇਆ ਤਾਂ ਉਹਦੇ ਨਾਲ ਇਹ 4% ਰਹਿ ਗਈ। ਇਨਕਰੀਜ਼ ਇਨ ਕੰਪੀਟੀਸ਼ਨ, ਲਿਬਰਲਾਈਜੇਸ਼ਨ ਆਉਣ ਨਾਲ ਕਈ ਕਹਿੰਦੇ ਜਿਹੜੇ ਘਰੇਲੂ ਅਤੇ ਜਿਹੜੇ ਬਾਹਰਲੇ ਸੀਗੇ ਐਂਟਰਪ੍ਰਾਈਜ਼ਸ ਆ ਉਹਨਾਂ ਦੇ ਵਿੱਚ, ਇੰਡੀਆ ਦੇ ਵਿੱਚ ਉਹਨਾਂ ਦੇ ਵਿੱਚ ਕੰਪੀਟੀਸ਼ਨ ਆ ਜ਼ਿਆਦਾ ਹੋਣ ਲੱਗ ਪਿਆ। ਮਾਰਕੀਟ ਦੇ ਵਿੱਚ ਜਿਹੜਾ ਕੰਪੀਟੀਸ਼ਨ ਦੀ ਗਤੀ ਵੱਧ ਗਈ, ਜਿਹਦੇ ਕਰਕੇ ਜਿਹੜੇ ਕਸਟਮਰ ਸੀਗੇ ਉਹ ਬੈਟਰ ਕੁਆਲਿਟੀ ਦੇ ਜਿਹੜੇ ਪ੍ਰੋਡਕਟ ਆ ਘੱਟ ਪ੍ਰਾਈਸ 'ਤੇ ਵੇਚਣ ਲੱਗ ਪਏ, ਜਿਹਦੇ ਨਾਲ ਕੀ ਆ ਲਾਈਕ ਐਜ਼ ਅ ਰੈਵੋਲਿਊਸ਼ਨ ਕਿਹਦੇ ਵਿੱਚ ਆਈ? ਟੈਲੀਕਾਮ ਸੈਕਟਰ ਦੇ ਵਿੱਚ। ਇਹ ਕਦੋਂ ਤੋਂ ਆਉਣਾ ਸ਼ੁਰੂ ਹੋਇਆ? 1991 ਦੇ ਵਿੱਚ। ਇਹਦਾ ਕੀ ਆ? ਪ੍ਰੂਫ ਆ। ਨੈਕਸਟ ਹੈ ਇਨਕਰੀਜ਼ ਇਨ ਇੰਡਸਟਰੀਅਲ ਪ੍ਰੋਡਕਸ਼ਨ। ਲਿਬਰਲਾਈਜੇਸ਼ਨ ਦੇ ਆਉਣ ਨਾਲ ਜਿਹੜੀਆਂ ਕਮਰਸ਼ੀਅਲ ਸੈਕਟਰ ਆ ਉਹ ਵੀ ਸਿੰਪਲੀਫਾਈਡ ਹੋਣਾ ਸ਼ੁਰੂ ਹੋ ਗਿਆ, ਐਬੋਲਿਸ਼ਡ ਹੋਣਾ ਸ਼ੁਰੂ ਹੋ ਗਿਆ। ਇਹਦੇ ਨਾਲ ਜਿਹੜਾ ਆਪਣਾ ਇੰਡਸਟਰੀਅਲ ਸੈਕਟਰ ਸੀਗਾ ਉਹ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ, ਜਿਹਦੇ ਨਾਲ ਆਪਣੇ ਇੰਡਸਟਰੀਅਲ ਪ੍ਰੋਡਕਸ਼ਨ ਆ ਉਹਦੇ ਵਿੱਚ ਵੀ ਵਾਧਾ ਹੋਇਆ। ਨੈਕਸਟ ਹੈ ਇਨਕਰੀਜ਼ ਇਨ ਫੋਰਨ ਐਕਸਚੇਂਜ ਰਿਜ਼ਰਵਸ। ਲਿਬਰਲਾਈਜੇਸ਼ਨ ਦੇ ਆਉਣ ਨਾਲ ਜਿਹੜੇ ਆਪਣੇ ਰਿਜ਼ਰਵਸ ਆ ਮੀਨਸ ਆਪਾਂ ਨੂੰ ਮਨੀ ਨੂੰ ਜ਼ਿਆਦਾ ਦੇ ਵਿੱਚ ਅਮਾਊਂਟ ਦੇ ਵਿੱਚ ਰੱਖਣਾ ਪਿਆ। ਇਹਨਾਂ ਨੇ ਕਿਹਾ ਆ ਇਨਵੈਸਟਮੈਂਟ ਜ਼ਿਆਦਾ ਕਰਨੀ ਪਈ। ਆਪਣੇ ਇਨਵੈਸਟਮੈਂਟ ਜ਼ਿਆਦਾ ਕਰਨ ਦੇ ਨਾਲ ਆਪਣੇ ਜਿਹੜੇ ਨਿਰਯਾਤ ਆ ਉਹ ਵੱਧ ਗਏ। 1991 ਦੇ ਵਿੱਚ ਜਿਹੜਾ ਐਕਸਚੇਂਜ ਸੀਗਾ ਆਲਮੋਸਟ ਕਹਿੰਦੇ ਖਾਲੀ ਸੀਗਾ, ਆਪਣਾ ਜਿਹੜਾ ਰਿਜ਼ਰਵ ਸੀਗਾ ਉਹ ਖਾਲੀ ਸੀ। ਪਰ ਹੁਣ ਦੇ ਸਮੇਂ ਦੇ ਵਿੱਚ ਇੰਡੀਅਨ ਫੋਰਨ ਰਿਜ਼ਰਵ ਕੀ ਆ? 450 ਬਿਲੀਅਨ US$ ਆ, ਉਹ ਤੋਂ ਜ਼ਿਆਦਾ ਅਮਾਊਂਟ ਜਿਹੜਾ ਆਪਣੇ ਕੋਲ ਰਿਜ਼ਰਵ ਪਿਆ ਆ। ਨੈਕਸਟ ਹੈ ਇਨਕਰੀਜ਼ ਇਨ ਫੋਰਨ ਇਨਵੈਸਟਮੈਂਟ। ਲਿਬਰਲਾਈਜੇਸ਼ਨ ਦੇ ਆਉਣ ਨਾਲ ਜਿਹੜਾ ਆਪਣਾ ਇਨਫਲੋਸ ਆ ਫੋਰਨ ਇਨਵੈਸਟਮੈਂਟ ਦਾ ਉਹਦੇ ਵਿੱਚ ਵੀ ਵਾਧਾ ਹੋਇਆ। ਐਟ ਪ੍ਰੈਜ਼ੈਂਟ ਇੰਡੀਆ ਦਾ ਫੇਵਰੇਬਲ ਆ ਡੈਸਟੀਨੇਸ਼ਨ ਫੋਰਨ ਇਨਵੈਸਟਰਸ ਲਈ। ਆਪਣਾ ਜਿਹੜਾ ਭਾਰਤ ਆ ਉਹ ਕੀ ਆ? ਇੱਕ ਇੱਦਾਂ ਦੀ ਮੰਜ਼ਿਲ ਆ ਉਹ ਕੀ ਆ? ਫੇਵਰੇਬਲ ਆ, ਪ੍ਰਤੀਕੂਲ ਆ ਫੋਰਨ ਇਨਵੈਸਟਰ ਦੇ ਲਈ। ਲਗਾਤਾਰ ਇਹਦੇ ਵਿੱਚ ਜਿਹੜਾ ਆਪਣਾ ਇਨਫਲੋ ਆ ਉਹ ਵੱਧਦਾ ਹੀ ਜਾ ਰਿਹਾ, ਜਿਹਦੇ ਵਿੱਚ ਆਪਾਂ ਡਾਇਰੈਕਟ ਇਨਵੈਸਟਮੈਂਟ ਐਂਡ ਪੋਰਟਫੋਲੀਓ ਇਨਵੈਸਟਮੈਂਟ ਕਰ ਸਕਦੇ ਹਾਂ। ਨੈਕਸਟ ਹੈ ਇਨਕਰੀਜ਼ ਇਨ ਐਕਸਪੋਰਟ। ਲਿਬਰਲਾਈਜੇਸ਼ਨ ਦੇ ਆਉਣ ਨਾਲ ਕਹਿੰਦੇ ਆਪਣੀ ਜਿਹੜੀ ਐਕਸਪੋਰਟ ਵੀ ਆ ਵਧਣੇ ਸ਼ੁਰੂ ਹੋ ਗਿਆ, ਜਿਹਦੇ ਕਰਕੇ ਆਪਣਾ ਇੰਡਸਟਰੀਅਲ ਪ੍ਰੋਡਕਸ਼ਨ ਆ ਉਹਦੇ ਵਿੱਚ ਵੀ ਵਾਧਾ ਹੋਇਆ। ਅਤੇ ਨਾਲ ਦੀ ਨਾਲ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹਦੇ ਨਾਲ ਪ੍ਰੋਫਿਟ ਵੀ ਦੇ ਵਿੱਚ ਵੀ ਵਾਧਾ ਹੋਇਆ। ਨੈਕਸਟ ਹੈ ਡੀਮੈਰਿਟਸ ਆਫ ਲਿਬਰਲਾਈਜੇਸ਼ਨ। ਫਸਟ ਵਨ ਆ ਇਨਕਰੀਜ਼ ਇਨ ਰੀਜਨਲ ਇੰਬੈਲੈਂਸ। ਜਦੋਂ ਇਹਦੇ ਵਿੱਚ ਕੰਟਰੋਲ ਕਿਹਦਾ ਸੀਗਾ? ਗਵਰਨਮੈਂਟ ਦਾ ਸੀਗਾ। ਇਸ ਕਰਕੇ ਹੁਣ ਇੱਥੇ ਪ੍ਰਾਈਵੇਟ ਸੈਕਟਰ ਆ, ਫੋਰਨ ਕੰਪਨੀਜ਼ ਆ, ਉਹਨਾਂ ਨੂੰ ਸੈਟਅਪ ਕਰਨਾ, ਡਿਵੈਲਪ ਕਰਨਾ ਉਹ ਪਿੱਛੇ ਚਲੇ ਗਏ। ਕਿਉਂਕਿ ਕੋਟਾ ਸਿਸਟਮ ਹੋ ਗਿਆ ਸੀਗਾ। ਕੋਟਾ ਸਿਸਟਮ ਹੋਣ ਦੇ ਨਾਲ ਲਾਇਸੈਂਸ ਲੈਣਾ ਪਿਆ ਅਤੇ ਉਹਦੇ 'ਤੇ ਕੰਟਰੋਲ ਕਿਹਦਾ ਹੈ? ਗਵਰਨਮੈਂਟ ਦਾ। ਗਵਰਨਮੈਂਟ ਆਪਣੇ ਟਰਮਸ ਨੂੰ ਯੂਜ਼ ਕਰਨ ਲਈ ਕਹੇਗੀ, ਪ੍ਰਾਈਵੇਟ ਸੈਕਟਰ ਕੀ ਹੋ ਗਿਆ? ਪਿੱਛੇ ਚਲੇ ਗਿਆ, ਜਿਹਦੇ ਨਾਲ ਕੀ ਆ? ਇੰਬੈਲੈਂਸ ਹੋ ਗਿਆ, ਜਿਹਦੇ ਵਿੱਚ ਡਿਵੈਲਪ ਐਂਡ ਬੈਕਵਰਡ ਰੀਜਨਸ ਦੇ ਵਿੱਚ ਡਿਫਰੈਂਸ ਆ ਗਿਆ। ਸੈਕਿੰਡ ਵਨ ਆ ਅਨਬੈਲੈਂਸਡ ਡਿਵੈਲਪਮੈਂਟ। ਫੋਰਨ ਐਂਡ ਪ੍ਰਾਈਵੇਟ ਕੰਪਨੀਜ਼ ਆ ਉਹ ਕੀ ਆ? ਜ਼ਿਆਦਾ ਪ੍ਰੋਡਕਟ ਪ੍ਰੋਡਿਊਸ ਕਰਨ ਲੱਗ ਪਏ, ਜਿਹਦੇ ਕਰਕੇ ਆਪਾਂ ਰਿਚ ਅਤੇ ਅਪਰ ਮਿਡਲ ਕਲਾਸਿਸ ਆ ਉਹ ਕੰਜ਼ਿਊਮ ਕਰਨ ਲੱਗ ਪਏ ਜ਼ਿਆਦਾ ਹਾਈ ਪ੍ਰੋਡਕਟ ਜਿਹੜੇ ਉਹ। ਇਸ ਕਰਕੇ ਜਿਹੜੇ ਪ੍ਰੋਡਕਟ ਸੀਗੇ ਕੰਜ਼ਿਊਮ ਕੀਤੇ ਜਾਂਦੇ ਸੀ ਉਹ ਪ੍ਰੋਡਿਊਸ ਨਹੀਂ ਕੀਤੇ ਜਾਂਦੇ ਸੀਗੇ, ਜਿਹਦੇ ਕਰਕੇ ਜਿਹੜੇ ਲਿਬਰਲਾਈਜੇਸ਼ਨ ਦੇ ਵਿੱਚ ਕਾਮਨ ਪੀਪਲ ਨੂੰ ਕੋਈ ਪ੍ਰੋਫਿਟ ਨਹੀਂ ਹੁੰਦਾ ਸੀਗਾ। ਇਸ ਕਰਕੇ ਜਿਹੜੇ ਰਿਚ ਔਰ ਪੂਅਰ ਦੇ ਵਿੱਚ ਜਿਹੜਾ ਗੈਪ ਆ ਉਹ ਜ਼ਿਆਦਾ ਆ ਗਿਆ।
ਥਰਡ ਵਨ ਆ ਹਾਰਮਫੁਲ ਟੂ ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ। ਲਿਬਰਲਾਈਜੇਸ਼ਨ ਦੇ ਆਉਣ ਦੇ ਨਾਲ ਕਹਿੰਦੇ ਜਿਹੜੀ ਆ ਰੈਪਿਡ ਡਿਵੈਲਪਮੈਂਟ ਹੋਈ, ਜਿਹਦੇ ਕਰਕੇ ਲਾਰਜ ਸਕੇਲ ਇੰਡਸਟਰੀ ਆ ਐਂਡ MNC ਇੰਡੀਆ ਦੇ ਵਿੱਚ ਆ ਗਈਆਂ। MNC ਮੀਨਸ ਮਲਟੀ ਨੈਸ਼ਨਲ ਕੰਪਨੀਜ਼ ਆ, ਉਹ ਜ਼ਿਆਦਾ ਆਉਣ ਦੇ ਕਰਕੇ ਜਿਹੜੇ ਛੋਟੇ ਛੋਟੇ ਉਦਯੋਗ ਆ ਉਹਨਾਂ 'ਤੇ ਵੀ ਬਹੁਤ ਹੀ ਇਫੈਕਟ ਪਿਆ। ਨੈਕਸਟ ਹੈ ਲੋਸ ਟੂ ਡੋਮੈਸਟਿਕ ਯੂਨਿਟਸ। ਘਰੇਲੂ ਯੂਨਿਟਸ ਆ ਉਹਨਾਂ 'ਤੇ ਵੀ ਬਹੁਤ ਇਫੈਕਟ ਪਿਆ। ਕਿਉਂਕਿ ਮਲਟੀਨੈਸ਼ਨਲ ਕੰਪਨੀਜ਼ ਇੰਡੀਆ ਦੇ ਵਿੱਚ ਆ ਗਈਆਂ ਸੀਗੀਆਂ, ਉਹਨਾਂ ਦਾ ਜਿਹੜਾ ਰੁਜ਼ਗਾਰ ਆ, ਉਹਨਾਂ ਦੀ ਪ੍ਰੋਡਕਸ਼ਨ ਆ ਪ੍ਰੋਡਕਟ ਦੀ, ਅਤੇ ਉਹਨਾਂ ਦੀ ਡਿਮਾਂਡ ਉਹ ਵੱਧ ਗਈ ਅਤੇ ਰੈਦਰ ਦੈਨ ਜਿਹੜੀ ਡੋਮੈਸਟਿਕ ਕੰਪਨੀ ਇੰਡਸਟਰੀ ਸੀਗੀ ਉਹਨਾਂ ਦੀ ਡਿਮਾਂਡ ਘੱਟ ਗਈ, ਜਿਹਦੇ ਕਰਕੇ ਇਹਨਾਂ ਟਰਮਸ 'ਤੇ ਵੀ ਬਹੁਤ ਹੀ ਇਫੈਕਟ ਪਿਆ। ਇਨਕਰੀਜ਼ ਇਨ ਅਨਇੰਪਲੋਇਮੈਂਟ, ਕੈਪੀਟਲ ਇੰਸਟੈਂਸਿਵ ਟੈਕਨੋਲੋਜੀ ਨੂੰ ਜ਼ਿਆਦਾ ਯੂਜ਼ ਕਰਨ ਲੱਗ ਪਏ, ਲੇਬਰ ਇੰਸਟੈਂਸਿਵ ਟੈਕਨੀਕ ਨੂੰ ਘੱਟ ਯੂਜ਼ ਕੀਤਾ ਗਿਆ, ਕਿਉਂਕਿ ਕੰਪਨੀਜ਼ ਔਰ ਇੰਡਸਟਰੀਜ਼ ਦੇ ਆਉਣ ਦੇ ਨਾਲ ਜਿਹੜੀ ਹੈ ਕਿ ਮਸ਼ੀਨਸ ਦਾ ਜਿਹੜਾ ਕੰਮ ਆ ਉਹ ਜ਼ਿਆਦਾ ਕੀਤਾ ਗਿਆ, ਅਤੇ ਜਿਹੜੇ ਵਰਕਰ ਆ ਉਹਨਾਂ ਦੀ ਜਿਹੜੇ ਕੰਮ ਆ ਘੱਟ ਗਿਆ, ਜਿਹਦੇ ਕਰਕੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਇਫੈਕਟ ਪਿਆ। ਅਨਇੰਪਲੋਇਮੈਂਟ ਹੋ ਗਈ, ਲੋਕਾਂ ਦਾ ਜਿਹੜਾ ਰੁਜ਼ਗਾਰ ਆ ਉਹ ਮਿਲਣਾ ਘੱਟ ਹੋ ਗਿਆ। emergence of monopoly means large industry units and MNC ਕੰਪਨੀ ਦੇ ਹੋਣ ਕਰਕੇ first drive their competitors out of the market। ਇਹਦੇ ਵਿੱਚ ਕੀ ਆ, ਮੋਨੋਪਲੀ ਕੀ ਆ, ਓਨਲੀ MNC ਕੰਪਨੀ ਆ ਉਹਨਾਂ ਦਾ ਹੀ ਅਧਿਕਾਰ ਹੋਣਾ ਸ਼ੁਰੂ ਹੋ ਗਿਆ, ਜਿਹਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਬਾਕੀ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਗਿਆ। ਨੈਕਸਟ ਹੈ 7th, ਨੋ ਇੰਪੋਰਟੈਂਸ ਟੂ ਨੈਸ਼ਨਲ ਇੰਟਰਸਟ। ਲਿਬਰਲਾਈਜੇਸ਼ਨ ਆਉਣ ਕਰਕੇ ਪ੍ਰਾਈਵੇਟ ਸੈਕਟਰ ਅਤੇ ਫੋਰਨ ਸੈਕਟਰ ਦੇ ਕੋਲ ਅਟੋਨਮੀ ਇੰਡੀਅਨ ਇਕੋਨਮੀ ਰਹਿ ਗਈ, ਜਿਹਦੇ ਕਰਕੇ ਇਸ ਸਿਚੁਏਸ਼ਨ ਦੇ ਵਿੱਚ ਇਕੱਲੇ 2 ਸੈਕਟਰ ਨੂੰ ਹੀ ਇੰਪੋਰਟੈਂਟ ਦਿੱਤੀ ਗਈ। ਕਿਹੜੇ ਕਿਉਂਕਿ ਜਿਹੜੀ ਅਥੋਰਿਟੀ ਸੀ ਉਹ ਕਿਹਦੇ ਕੋਲ ਸੀਗੀ, ਗੌਰਮੈਂਟ ਦੇ ਕੋਲ। ਇਹਦੇ ਵਿੱਚ ਪ੍ਰਾਈਵੇਟ ਸੈਕਟਰ ਦਾ ਕੋਈ ਰੋਲ ਨਹੀਂ ਸੀਗਾ, ਇਸ ਕਰਕੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਆ ਉਹ ਗੌਰਮੈਂਟ ਨੂੰ ਗਿਆ। ਨੈਕਸਟ ਹੈ ਹਾਰਮਫੁਲ ਟੂ ਕੰਜ਼ਿਊਮਰਸ। ਲਿਬਰਲਾਈਜੇਸ਼ਨ ਦੇ ਆਉਣ ਦੇ ਨਾਲ ਕੀ ਆ, ਡਰੈਸਟਿਕ ਚੇਂਜਿਸ ਆਈਆਂ, ਮਾਰਕੀਟ ਦੀਆਂ ਪੋਲਿਸੀਜ਼ ਚੇਂਜ ਹੋ ਗਈਆਂ, ਬਿਜ਼ਨਸ ਔਰਗੇਨਾਈਜੇਸ਼ਨ ਹੋ ਗਿਆ। ਇਹਦੇ ਵਿੱਚ ਜਿਹੜਾ ਸੈਲਿੰਗ ਕੰਸੈਪਟ ਅਤੇ ਮਾਰਕੀਟ ਕੰਸੈਪਟ ਆ ਉਹਦੇ ਵਿੱਚ ਚੇਂਜਿਸ ਆ ਗਈਆਂ, ਜਿਹਦੇ ਕਰਕੇ ਮਾਰਕੀਟ ਦੀਆਂ ਐਕਟੀਵਿਟੀਜ਼ ਦੇ ਕਰਕੇ ਹੁਣ ਜਦੋਂ ਮਾਰਕੀਟ ਦੇ ਵਿੱਚ ਜਦੋਂ ਪ੍ਰੋਡਕਟ ਵਿੱਚ ਵਿਕੇਗਾ, ਐਡਵਰਟਾਈਜ਼ ਕਰਨੀ ਪਏਗੀ, ਪਬਲਿਸਿਟੀ ਕਰਨੀ ਪਏਗੀ। ਜਿਹੜੇ ਪਬਲਿਸਿਟੀ ਔਰ ਐਡਵਰਟਾਈਜ਼ 'ਤੇ ਜਿਹੜੇ ਖਰਚਾ ਹੋਏਗਾ ਉਹ ਸਾਰਾ ਕਿਹਦੇ 'ਤੇ ਯੂਜ਼ ਕੀਤਾ ਗਿਆ, ਉਹ ਖਰਚੇ ਦੇ ਜਿਹੜੇ ਚਾਰਜਿਸ ਆ ਕਿਹੜੇ ਪ੍ਰੋਡਕਟ ਦੇ ਵਿੱਚ ਯੂਜ਼ ਪੈ ਜਾਣਗੇ, ਜਿਹੜਾ ਕੰਜ਼ਿਊਮਰ ਲੈਣਾ ਚਾਹੇਗਾ ਉਹਦੇ ਵਿੱਚ ਉਹ ਸਾਰੇ ਚਾਰਜਿਸ ਕੰਜ਼ਿਊਮਡ ਕੀਤੇ ਜਾਣਗੇ, ਜਿਹਦੇ ਕਰਕੇ ਉਹ ਪ੍ਰੋਡਕਟ ਦੇ ਚਾਰਜਿਸ ਆ ਹਾਈ ਪ੍ਰਾਈਸਿਸ ਹੋ ਜਾਣਗੇ। ਕਿਉਂਕਿ ਉਹ ਪ੍ਰੋਡਕਟ ਨੂੰ ਸੇਲ ਕਰਨ ਦੇ ਲਈ ਉਹ ਐਡਵਰਟਾਈਜ਼ਿੰਗ ਐਂਡ ਪਬਲਿਸਿਟੀ ਜ਼ਿਆਦਾ ਕਰਨ ਦੀ ਲੋੜ ਪਏਗੀ। ਤਾਂ ਜਗ੍ਹਾ 'ਤੇ ਪੋਸਟਰ ਲਗਾਉਣੇ ਪੈਣਗੇ, ਸੈਮੀਨਾਰਸ ਲੱਗਣਗੇ, ਉਹਨਾਂ ਨੂੰ ਤੁਸੀਂ ਐਡ ਦੇ ਥਰੂ ਉਹਨਾਂ ਨੂੰ ਦੇਖ ਸਕਦੇ ਹੋ। ਉੱਥੇ ਜਿਹੜੇ ਚਾਰਜਿਸ ਲੱਗੇ ਜਾਂਦੇ ਆ ਉਹਨਾਂ ਨੂੰ ਉਹ ਪ੍ਰੋਡਕਟ ਦੇ ਵਿੱਚ ਹੀ ਇਨਕਲੂਡ ਕੀਤਾ ਜਾਏਗਾ, ਤਾਂ ਕਿ ਉਹ ਜਿਹੜੇ ਉਹਨਾਂ ਦੇ ਚਾਰਜਿਸ ਵੱਧ ਜਾਣਗੇ ਅਤੇ ਕੰਜ਼ਿਊਮਰ ਨੂੰ ਹਾਰਮਫੁਲ ਹੋਏਗਾ, ਕੰਜ਼ਿਊਮਰ ਨੂੰ ਜ਼ਿਆਦਾ ਪੇ ਕਰਨੇ ਪੈਣਗੇ ਉਹਨਾਂ ਦੇ ਪੈਸੇ। ਦੈਟਸ ਇਟ, ਥੈਂਕਸ ਟੂ ਆਲ। ਕੱਲ੍ਹ ਆਪਾਂ ਕਰਾਂਗੇ ਪ੍ਰਾਈਵੇਟਾਈਜੇਸ਼ਨ।